ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਅਨ ਤਾਰੂ ਜਿਉ ਬਚਨ ਅਲਾਈ, ਨਦੀ ਪਾਰ ਤਟ ਹੋਤ ਲਖਾਈ। ਅਨ ਤਾਰੂ ਜਿਉ ਬਚਨ ਅਲਾਈ, ਨਦੀ ਪਾਰ ਤਟ ਹੋਤ ਲਖਾਈ। ਸਤਨਾਮ ਸ੍ਰੀ ਵਾਹਿਗੁਰੂ ਜੀ। ਹੋਲ ਜੋ ਚੂਕ ਪਈ ਅਮ ਤੇ, ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵਤ। ਲਾਜ ਰਖੋ ਨਿਜ ਨਾਮੇ ਕੀ, ਸਿੱਖ ਮੈਂ ਤੁਮਰੋ ਜਗ ਮਾਏ ਕਾਵਤ। ਤੂੰ ਬਖਸ਼ੰਦ ਸਦਾ ਸੁਖਦਾਇਕ, ਮੋਹ ਮਨ ਨਾਏ ਬਿਖੈ ਛਟਕਾਵਤ। ਲੋਤ ਹੇਮ ਅਰੰਡਤ ਚੰਦਨ, ਮਾਨੁਖ ਤੇ ਸੁਰ ਤੋਈ ਬਨਾਵਤ। ਏਕਾਂਕਾਰਾ ਸਤਿਗੁਰ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤੰਨੇ, ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਗੁਰੂ ਬਾਬਾ ਜੀ ਜਦੋਂ ਕਲਯੁਗੀ ਜੀਵਾਂ ਦਾ ਉଦ୍ਧਾਰ ਕਰਦਿਆਂ ਹੋਇਆਂ ਅਯੁੱਧਿਆਪੁਰੀ ਦੇ ਵਿੱਚ ਪਹੁੰਚੇ ਸਨ। ਜਦੋਂ ਇੱਥੋਂ ਦੇ ਰਹਿਣ ਵਾਲੇ ਬਹੁਤ ਵੱਡੇ ਵੱਡੇ ਮਹਾਨ ਵਿਦਵਾਨ ਪੰਡਤਾਂ ਨੂੰ ਲੱਗਿਆ ਪਤਾ ਵੀ ਇਹਨਾਂ ਦਾ ਜਿਹੜਾ ਤੇਜ ਪ੍ਰਤਾਪ ਚਾਰੇ ਦਿਸ਼ਾ 'ਚ ਫੈਲ ਚੁੱਕਿਆ ਹੈ। ਅੱਜ ਤੱਕ ਕੋਈ ਵੀ ਨਾਨਕ ਨਿਰੰਕਾਰੀ ਨੂੰ ਜਿੱਤ ਤਾਂ ਨਹੀਂ ਸਕਿਆ, ਹਾਰ ਕੇ ਸਾਰੇ ਵਾਪਸ ਮੁੜ ਗਏ। ਕੋਈ ਵੀ ਹੈ, ਚਾਹੇ ਦਿਗ ਵਿਜੈ ਵਿਦਵਾਨ, ਚਾਹੇ ਉਹ ਕੋਈ ਹੋਵੇ ਬਹੁਤ ਵੱਡਾ ਮਹਾਨ ਤੇਜ ਪ੍ਰਤਾਪੀ ਮਹਾਰਾਜਾ, ਉਹਨਾਂ ਦੀਆਂ ਤਾਂ ਆਪਣੇ ਆਪ ਹੀ ਧੌਣਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੇ ਝੁਕ ਜਾਂਦੀਆਂ ਹਨ। ਪਤਾ ਨਹੀਂ ਕਿਤਨੀ ਵੱਡੀ ਇਹਨਾਂ ਦੀ ਕਮਾਈ ਹੈ। ਦੂਰ ਦੂਰ ਤੱਕ ਗੁਰੂ ਬਾਬਾ ਜੀ ਦੀ ਜਿਹੜੀ ਵਡਿਆਈ ਸੋਭਾ ਵੀ ਫੈਲ ਚੁੱਕੀ ਸੀ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ ਵੀ ਇਹਨਾਂ ਨੇ ਤਾਂ ਗੋਰਖਨਾਥ ਦੇ ਚੇਲਿਆਂ ਨੂੰ ਵੀ ਕਰਾਮਾਤ ਸ਼ਕਤੀ ਦੁਆਰਾ ਐਨ ਡੰਡੇ ਦੇ ਸਮਾਨ ਸਿੱਧੇ ਕਰਕੇ ਰੱਖ ਦਿੱਤਾ। ਉਹ ਭਾਵੇਂ ਪ੍ਰਾਣਾਯਾਮ ਹੱਠ ਯੋਗ ਨੂੰ ਵੀ ਕਰਨ ਵਾਲਿਆਂ ਨੇ, ਪਰ ਇਹਨਾਂ ਦੇ ਅੱਗੇ ਉਹ ਵੀ ਟਿਕ ਨਹੀਂ ਸਕੇ। ਸੁਣ ਕਰਕੇ ਗੁਰੂ ਬਾਬਾ ਜੀ ਦੀ ਮਹਿਮਾ ਵਡਿਆਈ ਵੀ ਇਕੱਠੇ ਹੋ ਗਏ ਸਾਰੇ ਵਿਦਵਾਨ ਪੰਡਤ, ਜਿੱਥੇ ਹੁਣ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ।
द्वापर कृष्ण मुरार कंस के रथारथ कियो। भगवान कृष्ण जी ਨੂੰ 16 ਕਲਾ ਪ੍ਰਾਪਤ ਹੋਈਆਂ। ਤੇ ਇਸੇ ਤਰ੍ਹਾਂ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮਚੰਦਰ ਜੀ ਨੂੰ 14 ਕਲਾ ਸੰਪੂਰਨ ਮੰਨਿਆ। 16 ਕਲਾ ਸੰਪੂਰਨ ਫਲਿਆ। ਅੰਤ ਕਲਾ ਹੋਏ ਠਾਕਰ ਚੜ੍ਹਿਆ। ਪਰ ਗੁਰੂ ਬਾਬਾ ਜੀ ਦੀਆਂ ਜਿਹੜੀਆਂ ਕਰਾਮਾਤਾਂ ਸ਼ਕਤੀਆਂ ਉਹਦਾ ਤਾਂ ਕੋਈ ਅੰਦਾਜ਼ਾ ਦੁਨੀਆ ਦੇ ਵਿੱਚ ਲਗਾ ਨਹੀਂ ਨਾ ਸਕਦਾ। ਸਤਿਗੁਰੂ ਜੀ ਨੇ ਪਹਿਲਾਂ ਹੀ ਐਸੇ ਪ੍ਰਵਚਨ ਆਪਣੀ ਰਸਨਾ ਤੋਂ ਕੀਤੇ ਹੋਏ ਹਨ। ਅੰਤ ਕਲਾ ਹੋਏ ਠਾਕਰ ਚੜ੍ਹਿਆ, ਵੀ ਆਪ ਹੀ ਭਗਵਾਨ ਨਿਰਾਕਾਰ ਵਾਹਿਗੁਰੂ ਜੀਵਾਂ ਦੇ ਭਲੇ ਵਾਸਤੇ ਮਾਤਲੋਕ ਦੀ ਧਰਤੀ ਦੇ ਉੱਪਰ ਪ੍ਰਗਟ ਹੋ ਗਏ ਹੈ। ਜਦੋਂ ਇਹਨਾਂ ਨੇ ਪਹਿਲਾਂ ਗੁਰੂ ਬਾਬਾ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ, ਕਹਿਣ ਲੱਗੇ ਮਹਾਰਾਜ ਇਹ ਜਿਹੜੀ ਅਯੁੱਧਿਆ ਪੀਰੀ ਇਹਦਾ ਜਸ ਵੀ ਹਿੰਦੁਸਤਾਨ ਦੇ ਚਾਰੇ ਪਾਸੇ ਕੋਨੇ ਦੇ ਵਿੱਚ ਫੈਲਿਆ ਹੋਇਆ। ਜਿੱਥੇ ਹੁਣ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮਚੰਦਰ ਜੀ ਪ੍ਰਗਟ ਹੋਏ ਸਨ। ਕਹਿਣ ਲੱਗੇ ਮਹਾਰਾਜ ਵੀ ਇਹ ਜਿਹੜੀ ਅਯੁੱਧਿਆ ਪੀਰੀ ਪਹਿਲਾਂ 2 ਦਫਾ ਬੈਕੁੰਠਾ ਨੂੰ ਜਾ ਚੁੱਕੀ ਹੈ। ਸੁਣ ਕਰਕੇ ਗੁਰੂ ਬਾਬਾ ਜੀ ਕਹਿਣ ਲੱਗੇ ਮਹਿਲ ਮਾੜੀਆਂ ਤਾਂ ਉਸੇ ਤਰ੍ਹਾਂ ਸਾਹਮਣੇ ਦਿਸ ਰਹੀਆਂ ਹਨ। ਇਹ ਬੈਕੁੰਠਾ ਨੂੰ ਭਾਈ ਕਿਵੇਂ ਚਲੀ ਗਈ? ਕਹਿਣ ਲੱਗੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਵੀ ਜਿਹੜੇ ਉਸ ਟਾਈਮ 'ਤੇ ਪ੍ਰਾਣੀ ਪੈਦਾ ਹੋਣ ਵਾਲੇ ਉਹਨਾਂ ਸਾਰਿਆਂ ਨੂੰ ਭਗਵਾਨ ਜੀ ਆਪਣੇ ਨਾਲ ਹੀ ਬੈਕੁੰਠਾ ਨੂੰ ਲੈ ਗਏ। ਗੁਰੂ ਬਾਬਾ ਜੀ ਕਹਿਣ ਲੱਗੇ ਭਾਈ ਹੁਣ ਸਾਰਾ ਸੰਸਾਰ ਹੀ ਬੈਕੁੰਠਾ ਦੀ ਕੀ ਗੱਲ ਕਰਦੇ ਹੋ, ਸੱਚਖੰਡ ਦੇ ਵਿੱਚ ਜਾ ਸਕਦੇ ਹਨ। ਕਹਿਣ ਲੱਗੇ ਮਹਾਰਾਜ ਇਹ ਗੱਲ ਕੈਸੇ ਹੋ ਸਕਦੀ ਹੈ? ਸਤਿਗੁਰੂ ਜੀ ਕਹਿਣ ਲੱਗੇ ਵੀ ਨਿਜ ਤੇ ਅਦਕ ਹੈਤ ਸ੍ਰੀ ਰਾਮੂ ਜਗ੍ਹਾ ਲਖਾਇਓ ਲਿਖ ਕਰ ਨਾਮੋ ਸਰ ਪਰ ਗਿਰਵਰ ਤਰ ਭਾਰੇ ਤਰਵਰ ਕੇ ਪਾਤਨ ਸਮ ਤਾਰੇ। ਕਹਿਣ ਲੱਗੇ ਉਸ ਟਾਈਮ 'ਤੇ ਵੀ ਤ੍ਰੇਤਾ ਯੁੱਗ ਦੇ ਵਿੱਚ ਨਿਜ ਤੇ ਅਦਕ ਹੈਤ ਸ੍ਰੀ ਰਾਮੂ ਆਪਣੇ ਆਪ ਨਾਲੋਂ ਵੱਡਾ ਪਰਮਾਤਮਾ ਦੇ ਨਾਮ ਨੂੰ ਜਣਾਉਣ ਦੇ ਲਈ ਕੈਸਾ ਕੌਰਤਕ ਵਰਤਾਇਆ। ਭਗਵਾਨ ਜੀ ਨੇ ਨਿਜ ਤੇ ਅਦਕ ਹੇਤ ਸ੍ਰੀ ਰਾਮੂ ਜਗ੍ਹਾ ਲਖਾਇਓ ਲਿਖ ਕਰ ਨਾਮੋ। ਜਦੋਂ ਜਾਣਾ ਸੀ ਲੰਕਾ ਦੇ ਵਿੱਚ ਪੁਲ ਬੰਨ੍ਹ ਕੇ ਉਸ ਸਮੇਂ ਇੱਕ ਸਲਾ ਦੇ ਉੱਪਰ ਰਾਰੇ ਨੂੰ ਕੰਨਾ, ਦੂਜੇ ਪੱਥਰ ਦੇ ਉੱਪਰ ਪਾ ਦਿੰਦੇ ਮੰਮਾ। ਨਾਲ ਦੀ ਨਾਲ ਉਹ ਜਿਹੜੇ ਵੱਡੇ ਵੱਡੇ ਪੱਥਰ ਨਲ ਤੇ ਨੀਲ ਦੇ ਹੱਥੋਂ ਜੁੜ ਜਾਂਦੇ ਸਨ। ਸਰਵਰ ਪਰ ਗਿਰਵਰ ਥਰ ਪਾਰੇ ਤਰਵਰ ਕੇ ਪਤਨ ਸਮ ਤਾਰੇ। ਸਮੁੰਦਰ ਦੇ ਉੱਪਰ ਵੱਡੇ ਵੱਡੇ ਜਿਹੜੇ ਪੱਥਰ ਇਉਂ ਤਾਰਦੇ ਭਗਵਾਨ ਰਾਮਚੰਦਰ ਜੀ ਨੇ, ਜਿਵੇਂ ਆ ਸਰੋਵਰਾਂ ਦੇ ਵਿੱਚ ਕਈ ਦਫਾ ਸੁੱਕੇ ਪੱਤੇ ਝੜ ਜਾਣ, ਉਹ ਆਪਣੇ ਆਪ ਹੀ ਪਾਣੀ ਦੇ ਉੱਪਰ ਤੈਰਨ ਲੱਗ ਜਾਂਦੇ ਹਨ। ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਅਯੁੱਧਿਆਪੁਰੀ ਦੀ ਕੀ ਗੱਲ ਹੈ? ਨਾਮ ਜਪ ਕੇ ਸਾਰੀ ਦੁਨੀਆ ਹੀ ਬੈਕੁੰਠਾ ਨੂੰ ਜਾ ਸਕਦੀ ਹੈ। ਫਿਰ ਇਹਨਾਂ ਨੇ ਇੱਕ ਹੋਰ ਜਿਹੜਾ ਸਵਾਲ ਗੁਰੂ ਬਾਬਾ ਜੀ ਦੇ ਪਾਸ ਪਾਇਆ ਵੀ ਜਿਹੜੇ ਗੁਰੂ ਮੁਰਸ਼ਿਦ ਕਿਤਨੇ ਪ੍ਰਕਾਰ ਦੇ ਹੋਇਆ ਕਰਦੇ ਹਨ। ਸਤਿਗੁਰੂ ਜੀ ਨੇ
ਉਹ ਸਮੇਂ ਤਿੰਨ ਤਰ੍ਹਾਂ ਦੇ ਜਿਹੜੇ ਗੋ ਨਾਮ ਅੰਧੇਰੇ ਦਾ, ਉਰੂ ਨਾਮ ਹੈਗਾ ਪ੍ਰਕਾਸ਼ ਦਾ, ਵੀ ਜਿਹੜੇ ਜਗਿਆਸੂਆਂ ਦੇ ਹਿਰਦੇ ਦੇ ਵਿੱਚੋਂ ਅਗਿਆਨ ਰੂਪੀ ਅੰਧੇਰੇ ਦਾ ਕਰ ਦੇਣ ਨਾਸ, ਉਹਨੂੰ ਕਹਿੰਦੇ ਨੇ ਗੁਰੂ। ਗੋ ਨਾਮ ਅੰਧੇਰੇ ਦਾ, ਰੂ ਨਾਮ ਪ੍ਰਕਾਸ਼ ਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਇੱਕ ਹੈ ਪੰਡਤ, ਤੇ ਦੂਜੇ ਨੰਬਰ 'ਤੇ ਅਵਧੂਤ ਬਿਰਤੀ ਵਾਲੇ ਕਈ ਹੁੰਦੇ ਨੇ, ਸਾਧੂ ਮਹਾਤਮਾ। ਤੀਜੇ ਨੰਬਰ 'ਤੇ ਪੂਰਨ ਤਤ ਵੇ ਮਹਾਂਪਰਖ, ਉਹ ਤਾਂ ਹੋਇਆ ਕਰਦੇ ਨੇ ਜਹਾਜ਼ ਦੇ ਸਮਾਨ। ਜਿਵੇਂ ਜਹਾਜ਼ ਦੇ ਵਿੱਚ ਜਿਤਨੇ ਮਰਜ਼ੀ ਮੁਸਾਫਰ ਚੜ੍ਹ ਜਾਣ, ਸਾਰਿਆਂ ਨੇ ਸਾਗਰ ਤੋਂ ਪਾਰ ਲੰਘ ਜਾਣਾ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਅਨ ਤਾਰੂ ਜਿਉ ਬਚਨ ਅਲਾਈ। ਗੁਰੂ ਬਾਬਾ ਜੀ ਕਹਿਣ ਲੱਗੇ, ਐ ਵਿਦਵਾਨ, ਐ ਪੰਡਤ ਲੋਗੋ, ਜਿਹੜਾ ਪਹਿਲੇ ਨੰਬਰ 'ਤੇ ਪੜ੍ਹਿਆ ਲਿਖਿਆ ਬਹੁਤ ਜ਼ਿਆਦਾ, ਸੰਸਕ੍ਰਿਤ ਦਾ ਗਿਆਨ ਉਹਨੂੰ ਪ੍ਰਾਪਤ ਹੋ ਗਿਆ ਹੈ। ਆਚਾਰੇ ਵੈਦ ਸਹਿ ਸ਼ਾਸਤਰ ਤਕਰੀਬਨ ਸਾਰੇ ਜਿਹੜੇ ਵਿਸ਼ਵ ਦਾ ਇਤਿਹਾਸ ਪੜ੍ਹ ਕਰਕੇ ਉਹਨੂੰ ਕਹਿ ਦਿੰਦੇ ਨੇ ਵੀ ਪੰਡਤ, ਵੀ ਇਹ ਦਿਗਵਜਾ ਹੈ। ਇੱਕ ਹੁੰਦਾ ਹੈ ਜਾਤੀ ਕਰਕੇ ਪੰਡਤ, ਪੰਡਤ ਸੂਰ, ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਸਨਾਤਨ ਮਤ ਦੇ ਵਿੱਚ ਅੱਜ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਵਿੱਦਿਆ ਦੀਆਂ ਡਿਗਰੀਆਂ ਮੰਨੀਆਂ ਜਾਂਦੀਆਂ ਹਨ। ਜਿਨ੍ਹਾਂ ਨੇ ਕੋਈ ਸ਼ਾਸਤਰ ਪੜ੍ਹ ਲਏ, ਉਹਨੂੰ ਕਹਿੰਦੇ ਨੇ ਇਹ ਤਾਂ ਜੀ ਸ਼ਾਸਤਰੀ ਜੀ ਹੈ। ਜਿਹਨੇ ਜਿਹੜੇ ਵਿੱਦਿਆ ਪੜ੍ਹ ਕੇ ਬਹੁਤ ਵੱਡੇ ਮਹਾਨ ਵਿਦਵਾਨ ਬਣ ਗਏ, ਉਹਨਾਂ ਨੂੰ ਫਿਰ ਜਿਹੜਾ ਪੰਡਿਤ ਦਾ ਖਿਤਾਬ ਦਿੱਤਾ ਜਾਂਦਾ ਹੈ। ਪਹਿਲੇ ਨੰਬਰ 'ਤੇ ਪੰਡਤ ਗੁਰੂ, ਉਹ ਹੈਗਾ ਅੰਨ ਤਾਰੂ ਦੇ ਸਮਾਨ, ਜਿਹੜਾ ਆਪ ਤਰਨਾ ਤਾਂ ਜਾਣਦਾ ਨਹੀਂ, ਬਹੁਤ ਵੱਡੇ ਡੂੰਘੇ ਦਰਿਆ 'ਤੇ ਖੜਾ ਵੀ ਤੂੰ ਤਰ ਜਾ, ਆਪਣੇ ਆਪ ਹੀ ਲੰਘ ਜਾਏਗਾ। ਪਰ ਉਹਨੂੰ ਕੋਈ ਪਤਾ ਨਹੀਂ ਵੀ ਪਾਣੀ ਕਿੱਥੇ ਕਿਤਨਾ ਡੂੰਘਾ ਹੈ, ਕਿਵੇਂ ਇਹਨੂੰ ਦਰਿਆ ਨੂੰ ਪਾਰ ਕਰਨਾ ਹੈ। ਜੇ ਲਹਿਰਾਂ ਪੈਦਾ ਹੋ ਗਈਆਂ, ਉਹਨੇ ਆਪਣੀ ਲਪੇਟ ਦੇ ਵਿੱਚ ਲੈ ਕਰਕੇ ਉਹ ਖਤਮ ਵੀ ਕਰ ਸਕਦੀਆਂ ਹਨ। ਪਰ ਜਿਹੜਾ ਤਰਨ ਵਾਲਾ ਉਹਨੂੰ ਹੁੰਦਾ ਹੈ ਦਰਿਆਵਾਂ ਦਾ ਭੇਦ, ਵੀ ਕਿੱਥੇ ਪਾਣੀ ਘੱਟ ਹੈ ਅਤੇ ਕਿੱਥੇ ਵੱਧ ਹੈ, ਕਿਹੜੇ ਪਾਸੋਂ ਦੀ ਮੈਂ ਤਰ ਕੇ ਇਸ ਦਰਿਆ ਨੂੰ ਪਾਰ ਕਰਨਾ। ਉਹ ਹੁੰਦਾ ਹੈ ਅੰਨ ਤਾਰੂ, ਉਹ ਤਰਨਾ ਨਹੀਂ ਜਾਣਦਾ, ਸਿਰਫ ਕਿਨਾਰੇ 'ਤੇ ਖੜ ਕਰਕੇ ਦੱਸੀ ਜ਼ਰੂਰ ਜਾਏਗਾ। ਨਦੀ ਪਾਰ ਤਟ ਹੋਤ ਲਖਾਈ। ਕਹਿ ਦਿੰਦਾ ਵੀ ਆ ਨਦੀ ਦਾ ਸਾਹਮਣੇ ਕਿਨਾਰਾ ਹੈ, ਤੂੰ ਤਰਨ ਲੱਗ ਜਾ, ਤੈਂ ਦੂਸਰੇ ਪਾਸੇ ਪਹੁੰਚ ਜਾਣਾ ਹੈ। ਤਰਹੁ ਤਾਹੇ ਹੋਵੋਗੇ ਪਾਰੂ। ਜੇ ਤਰੇਗਾ ਤਾਂ ਹੀ ਉਹ ਫਿਰ ਇਸ ਨੂੰ ਪਾਰ ਕਰ ਸਕਦਾ ਹੈ। ਤਰਨਹਿ ਜਨ ਹੈ ਕਰਹਿ ਉਚਾਰੂ। ਆਪ ਖੁਦ ਤਰਨਾ ਨਹੀਂ ਜਾਣਦਾ, ਦੂਜਿਆਂ ਨੂੰ ਬਸ ਐਵੇਂ ਫੋਕੀ ਜਿਹੜੀ ਸਿੱਖਿਆ ਜ਼ਰੂਰ ਸੁਣਾਈ ਜਾਂਦਾ ਹੈ। ਆਪ ਨ ਕਰਹਿ ਦੇਤ ਉਪਦੇਸ਼ਾ। ਅਵਰ ਉਪਦੇਸ਼ ਆਪ ਨਾ ਕਰੈ, ਇਹਨਾਂ ਦੀ ਹੋਰ ਹਾਲਤ ਹੁੰਦੀ ਐਸੀ, ਆਪ ਨਾ ਕਰੈ। ਅਵਰ ਉਪਦੇਸ਼ ਵੀ ਆਪ ਦਾ ਕਮਾਈ ਕਰਦਿਆਂ ਕਰਦਿਆਂ ਚੁੱਤ ਦੇ ਵਿੱਚ ਨਾ ਭਗਤੀ ਨਾ ਬੈਰਾਗ ਨਾ ਗਿਆਨਤਾ ਧਾਰਨ ਕੀਤਾ ਨਹੀਂ। ਦੂਜਿਆਂ ਨੂੰ ਬਸ ਉਪਦੇਸ਼ ਜ਼ਰੂਰ ਕਰੀ ਜਾਂਦੇ ਹਨ। ਪੰਡਿਤ ਗੁਰ ਜਨ ਹੋ ਤੁਮ ਐਸਾ। ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਪੰਡਤ
ਆਪਣੇ ਆਪ ਨੂੰ ਗੁਰੂ ਅਖਵਾਉਣ ਵਾਲਾ ਦੁਨੀਆ ਦੇ ਅੰਦਰ ਪਰ ਇਸ ਢੰਗ ਦਾ ਹੋਇਆ ਕਰਦਾ ਹੈ। ਵੇਦ ਪੁਰਾਨਨ ਕਰਹਿ ਬਖਿਆਨਾ। ਉਹ ਵੈਦਾਂ ਪੁਰਾਣਾ ਸਭ ਤਰ੍ਹਾਂ ਦੀਆਂ ਉਦਾਹਰਨਾਂ ਦੇਦਾ ਕਰਕੇ ਨਾ ਜਿਹੜੇ ਜਗਿਆਸੂ ਉਹਨਾਂ ਦੇ ਸਾਰੇ ਉਹਨੇ ਸੰਸ਼ੇ ਵੀ ਦੂਰ ਕਰਦੇ ਹਨ। ਕਈ ਮਹਾਨ ਵਿਦਵਾਨ ਵਿਦਿਆ ਦੇ ਬਲ ਦੁਆਰਾ ਸੰਗਤਾਂ ਦੇ ਉੱਪਰ ਵੀ ਉਹਨਾਂ ਦਾ ਬੜਾ ਆਪਣੇ ਆਪ ਹੀ ਪ੍ਰਭਾਵ ਪੈਣ ਲੱਗ ਜੂ ਵੀ ਬੜਾ ਸਿਆਣਾ ਹੈ, ਬੜਾ ਪੜ੍ਹਿਆ ਲਿਖਿਆ ਵਿਦਵਾਨ ਹੈ। ਲੋਭ ਮੋਹ ਮਹਿ ਬੈਸ ਬਿਹਾਨਾ। ਪਰ ਉਹ ਸਾਰੀ ਜ਼ਿੰਦਗੀ ਲੋਭ ਹੈ, ਮੋਹ ਹੈ, ਇਹਦੇ ਵਿੱਚ ਹੀ ਅੱਲਾ ਕਰਕੇ ਬਤੀਤ ਕਰਦੇ ਹਨ। ਸਤਰੂ ਨਾ ਮੋਹ ਸਮਾਨ। ਕਹਿੰਦੇ ਮਨੁੱਖ ਦਾ ਸਾਰਿਆਂ ਨਾਲ ਵੱਡਾ ਵੈਰੀ ਦੁਸ਼ਮਣ ਕਿਹੜਾ ਹੈ? ਮੋਹ। ਸਤਰੂ ਨਾ ਮੋਹ ਸਮਾਨ। ਦੁਨੀਆ ਦੀ ਜਿਹੜੀ ਪਕੜ ਤਿਆਗਣੀ ਬੜੀ ਔਖੀ ਹੋਇਆ ਕਰਦੀ ਹੈ। ਦੋਹਰਾ ਪੁੰਨ ਮਿਲਣ ਕੋ ਜਾਨੀਏ ਹੋਤ ਨਾ ਹਿਰਦੈ ਗਿਆਨ। ਸਤਿਗੁਰੂ ਜੀ ਕਹਿਣ ਲੱਗੇ ਕੋਈ ਐਸਾ ਧਰਮਾਤਮਾ ਵਿਦਵਾਨ ਜੇ ਮਿਲ ਗਿਆ ਪੁੰਨਤਾ ਪ੍ਰਾਪਤ ਹੋ ਜਾਣਗੇ ਜ਼ਰੂਰ, ਪਰ ਉਹਨੂੰ ਆ ਜਿਹੜੀ ਗਿਆਨ ਦੀ ਪ੍ਰਾਪਤੀ ਨਹੀਂ ਹੋਣੀ ਹੈ। ਪੁੰਨ ਜੋ ਹੈ ਅਬਦੂਤ ਗੁਰ ਵਿਦਿਆ ਤੇ ਅਨਜਾਨ। ਦੂਜਾ ਨੰਬਰ ਤੇ ਜਿਹੜੇ ਨੇ ਇਹੋ ਜਿਹੇ ਅਵਧੂਤ ਬਿਰਤੀ ਨੂੰ ਧਾਰਨ ਕਰਨ ਵਾਲੇ ਮਹਾਂਪੁਰਖ ਉਹ ਵੀ ਐਸੇ ਹੋਇਆ ਕਰਦੇ ਹਨ। ਚੌਪਈ ਮਿਲਾ ਸੰਤ ਕੋ ਜੋਗ ਹੈ ਪਾਇਓ। ਕੋਈ ਐਸਾ ਕਰਨੀ ਵਾਲਾ ਤਤਵਤਾ ਮਿਲ ਗਿਆ, ਉਹਦੀ ਪੈ ਗਈ ਦ੍ਰਿਸ਼ਟੀ, ਜਿਸ ਕਰਕੇ ਉਹਨਾਂ ਨੂੰ ਆਪ ਗਿਆਨ ਪ੍ਰਾਪਤ ਹੋ ਗਏ ਹੈ। ਭਇਓ ਗਿਆਨ ਔਰ ਮੋਹ ਮਿਟਾਇਓ। ਮੋਹ ਮਿਟਾਇਓ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸੁਝਾਏ ਅਮੇਵ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ। ਗੁਰਦੇਵ ਉਹਨਾਂ ਦੀ ਰਹਿਮਤ ਦੁਆਰਾ ਅਗਰ ਚਿੱਤ ਦੇ ਵਿੱਚੋਂ ਸਾਰੇ ਜਿਹੜੇ ਵੱਡੇ ਵੱਡੇ ਬੈਰੀਆਂ ਦਾ ਨਾਸ ਕਰ ਲਿਆ। ਆਪ ਤਰੈ ਭਵ ਸਾਗਰ ਸੋਈ। ਉਹ ਆਪ ਤਾਂ ਇਸ ਸੰਸਾਰ ਸਾਗਰ ਤੋਂ ਸੁਤੇ ਸਿੱਧੀ ਪਾਰ ਹੋ ਜਾਂਦੇ ਹਨ। ਔਰ ਉਦਾਹਰਨਾ ਤਿਹ ਤੇ ਹੋਈ। ਪਰ ਉਹਨਾਂ ਦੀ ਸੰਗਤ ਦੁਆਰਾ ਵਿਸ਼ੇ ਤੌਰ ਤੇ ਜਗਿਆਸੂਆਂ ਨੂੰ ਕੋਈ ਖਾਸ ਲਾਭ ਨਹੀਂ ਪ੍ਰਾਪਤ ਹੁੰਦਾ ਹੈ। ਜਿਉ ਜਲ ਵਿਖੈ ਲਸ਼ਟ ਕਾ ਜਾਈ। ਆ ਜਿਵੇਂ ਆਪਾਂ ਪਾਣੀ ਦੇ ਵਿੱਚ ਇੱਕ ਲਾਠੀ ਤਰਦੀ ਜਾ ਰਹੀ ਹੈ, ਜੇ ਵਜਨ ਰੱਖਦੀ ਹੈ ਨਾਲ ਦੀ ਨਾਲ ਥੱਲੇ ਡੁੱਬ ਜੂ। ਜਿਹੜੀ ਉਹ ਹੁੰਦੇ ਨੇ ਲਾਠੀ ਦੇ ਸਮਾਨ। ਆਪਦਾ ਜਨਮ ਤਾਂ ਉਹਨਾਂ ਨੇ ਸਫਲ ਕਰ ਲਿਆ, ਪਰ ਦੂਜੇ ਨੂੰ ਕਦੇ ਸੰਸਾਰ ਸਾਗਰ ਤੋਂ ਪਾਰ ਨਹੀਂ ਕਰ ਸਕਦੇ ਹਨ। ਆਪ ਤਰੈ ਨਹਿ ਔਰ ਤਰਾਈ। ਉਹ ਜਿਹੜੀ ਲਾਠੀ ਆਪ ਤਾਂ ਬਸ ਪਾਣੀ ਦੇ ਉੱਪਰ ਤਰਦੀ ਅੱਗੇ ਨੂੰ ਲੰਘ ਜਾਣੀ ਹੈ। ਪੁੰਨ ਜੀ ਮਹਾਪੁਰਖ ਗੁਰ ਜਨ ਹੋ। ਅੱਗੇ ਜਿਹੜੇ ਹੁੰਦੇ ਨੇ ਦਾਨੇ ਪੂਰਨ ਤਤਵੇ ਤੇ ਮਹਾਂਪੁਰਖ। ਸਭ ਵਿਦਿਆ ਮਹਿ ਨਿਪੁੰਨ ਪਛਾਨ ਹੋ। ਉਹ ਵਿਦਿਆ ਦੇ ਵਿੱਚ ਵੀ ਨਿਪੁੰਨ ਤੇ ਕਮਾਈ ਕਰਦੇ ਆ ਉਹਨਾਂ ਨੇ ਆ ਜਿਹੜਾ ਬ੍ਰਹਮ ਗਿਆਨ ਇਹ ਵੀ ਪ੍ਰਾਪਤ ਕੀਤਾ ਹੁੰਦਾ ਹੈ। ਤਿਨ ਕੋ ਮਿਲ ਹੈ ਮਨੁਜ ਜੀ ਜਾਈ। ਉਹਨਾਂ ਦੀ ਸੰਗਤ ਦੇ ਵਿੱਚ ਅਗਰ ਕੋਈ ਵੱਡੇ ਅਪਰਾਧੀ ਗੁਨਾਹੀ ਪਾਪੀ ਵੀ ਕਿਤੇ ਚੱਲ ਕੇ ਆ ਜਾਣ ਨਾ, ਉਹਨਾਂ ਦੀ ਵੀ ਉਹਨਾਂ ਨੇ ਆ ਜਿਹੜੀ ਬੁੱਧੀ ਬਦਲ ਕੇ ਰੱਖ ਦੇਣੀ ਹੈ। ਜਿਨ੍ਹਾਂ ਦਾ ਸੰਦਣਿਆ ਦੁਰਮਤ ਵੰਝਾ ਵੀ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਮਨੁੱਖ ਦੀ ਖੋਟੀ ਮਤ ਹੋ ਜੇ ਨਾਸ। ਜਿਨ੍ਹਾਂ ਦਾ ਸੰਦਣਿਆ ਦੁਰਮਤ ਵੰਝਾ ਹਰੇਕ ਦੀ ਇਤਨੀ ਕਮਾਈ ਤਾਂ ਹੁੰਦੀ ਨਹੀਂ। ਅਗਰ ਕਿਸੇ ਨੂੰ ਤਤ ਵਿੱਚ ਮਹਾਂਪੁਰਖਾਂ ਦੀ ਸੋਭਤ ਭਾਵੇਂ ਥੋੜ੍ਹੇ ਟਾਈਮ ਦੇ ਲਈ ਵੀ ਕਿਤੇ ਪ੍ਰਾਪਤ ਹੋ ਗਈ, ਉਹਨਾਂ ਦੀ ਨਾਲ ਬੁੱਧੀ ਬਦਲ ਜ਼ਾਇਆ ਕਰਦੀ ਹੈ। ਕੋਟ ਅਪਰਾਧੀ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਪ੍ਰਵਚਨ ਕੀਤੇ ਹੋਏ ਹਨ। ਕੋਟ ਅਪਰਾਧੀ ਸੰਤ ਸੰਗ ਉਧਰ ਹੈ ਵੀ ਜਿਹੜੇ ਕਰੋੜਾਂ ਪਾਪਾਂ ਗੁਨਾਹਾਂ ਨੂੰ ਕਮਾਉਣ ਵਾਲੇ ਕਿਤੇ ਐਸੇ
ਪੂਰਨ ਤੱਤ ਵਿੱਚ ਤੇ ਮਹਾਂਪੁਰਖਾਂ ਦੀ ਸੰਗਤ ਦੇ ਵਿੱਚ ਅਚਾਨਕ ਹੀ ਭਾਵੇਂ ਚੱਲ ਕੇ ਆ ਜਾਣ। ਜਿਵੇਂ ਵਾਲਮੀਕ ਜੀ ਉਹਨਾਂ ਨੂੰ ਅਚਾਨਕ ਹੀ 7 ਰਿਸ਼ੀਆਂ ਦਾ ਮਿਲਾਪ ਹੋਇਆ ਸੀ। ਵਾਲਮੀਕ ਹੋਆ ਸਾਧ ਸੰਗ ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾਕੈ ਨੇੜ ਨ ਆਵੈ। ਉਹਦਾ ਫਿਰ ਆ ਜਿਹੜੇ ਧਰਮ ਰਾਜੇ ਦੇ ਦੂਤ ਉਹਨਾਂ ਦੇ ਉੱਪਰ ਵੀ ਆਪਣਾ ਜਿਹੜਾ ਹੁਕਮ ਚਲਾਉਣ ਲੱਗ ਜਾਂਦੇ ਹਨ। ਜਾ ਕਾ ਕਹਿਆ ਦਰਗਹਿ ਚਲੈ ਸੋ ਕਿਸ ਕੋ ਨਦਰ ਲੈ ਆਵੈ ਤਲੈ। ਕੋਟ ਅਪਰਾਧੀ ਭਾਵ ਭਾਵੇਂ ਕਰੋੜਾਂ ਪਾਪਾਂ ਨੂੰ ਕਰਨ ਵਾਲਾ, ਭਾਵੇਂ ਕਰੋੜਾਂ ਦੇ ਵਿੱਚ ਔਗਣ ਭਰੇ ਹੋਏ ਹਨ। ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾਕੈ ਨੇੜ ਨ ਆਵੈ। ਜਨਮ ਜਨਮ ਕਾ ਵਿਛੜਿਆ ਹੋਵੇ ਫਲ ਕੀ ਪ੍ਰਾਪਤ ਹੁੰਦਾ ਉਹਨਾਂ ਨੂੰ? ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਵਾਨ ਮਿਲਾਵੇ। ਰੱਬ ਦੇ ਪਿਆਰੇ ਫਿਰ ਭੁੱਲੇ ਪੜ ਕੇ ਜੀਵਾਂ ਨੂੰ ਪਰਮਾਤਮਾ ਦੇ ਨਾਲ ਵੀ ਜੋੜ ਦਿੰਦੇ ਹਨ। ਹਵੈ ਉਧਾਰ ਸਹਜੇ ਗਤ ਪਾਈ। ਉਹਨਾਂ ਜਗਿਆਸੂਆਂ ਦੀ ਪ੍ਰਾਣੀਆਂ ਦੀ ਸੋਤੇ ਸਿੱਧੀ ਮਹਾਂਪੁਰਖਾਂ ਦੀ ਸੰਗਤ ਦੇ ਵਿੱਚ ਆ ਕਰਕੇ ਕਲਿਆਣ ਹੋ ਜਾਣੀ ਹੈ। ਜਿਨ੍ਹਾਂ ਦਾ ਸੰਦੜਿਆ ਦੁਰਮਤ ਵੰਝੈ ਮਿੱਤਰਾ ਸਾਡੜੇ ਸਹੀ ਹੋਂ ਢੰਢੇਂਦੀ ਜਗ ਸਵਾਇਆ। ਜਨ ਨਾਨਕ ਵਿਰਲੇ ਕਈ ਐਸੇ ਹੁੰਦੇ ਬਿਰਲੇ ਬਿਰਲੇ ਨੇ ਨਾਮ ਰਸੀਏ ਬ੍ਰਹਮ ਬੈਤੇ ਪੂਰਨ ਮਹਾਂਪੁਰਖ ਪਰਮਾਤਮਾ ਦੇ ਪਿਆਰੇ ਕੋਟ ਮਦੇ ਕੋਈ ਸੰਤ ਦਿਖਾਇਆ। ਨਾਨਕ ਤਿਨ ਕੈ ਸੰਗਤ ਰਾਇਆ। ਐਸੇ ਬ੍ਰਹਮ ਗਿਆਨੀ ਨਾਮ ਰਸੀਏ ਮਹਾਂਪੁਰਖਾਂ ਦੀ ਸੰਗਤ ਦੁਆਰਾ ਇਹ ਨਹੀਂ ਪਤਾ ਵੀ ਕਿਤਨੇ ਜੀਵਾਂ ਦੀ ਕਲਿਆਣ ਹੋ ਜਾਣੀ ਹੈ। ਜਿਵੇਂ ਆ ਜਹਾਜ਼ ਨੇ, ਉਹਨਾਂ ਨੇ ਤਾਂ ਪੂਰਾਂ ਦੇ ਪੂਰ ਭਰ ਕੇ ਸਮੁੰਦਰਾਂ ਤੋਂ ਪਾਰ ਕਰੀ ਜਾਣੇ ਨੇ ਨਾ। ਕੋਈ ਡੁੱਬਦਾ ਦੇਖਿਆ ਵੀ ਫਲਾਣਾ, ਕੋਈ ਗਿਰ ਗਿਆ ਚਲੋ ਅਚਾਨਕ ਉਹਦੀ ਤਾਂ ਗੱਲ ਕੀ ਕਹਿਣੀ ਹੈ। ਸਮੁੰਦਰਾਂ ਦੇ ਵਿੱਚ ਜਿਵੇਂ ਵੱਡੇ ਵੱਡੇ ਸਟੀਮਰ ਵੀ ਚੱਲਿਆ ਕਰਦੇ ਹਨ ਵਿਦੇਸ਼ਾਂ 'ਚ। ਕਈ ਉਹਨਾਂ ਦੇ ਵਿੱਚ ਵਹਿ ਕਰਕੇ ਫਿਰ ਸਮੁੰਦਰ ਦੀਆਂ ਜਿਹੜੀਆਂ ਛੱਲਾਂ ਨੂੰ ਵੀ ਦੇਖਣ ਵਾਸਤੇ ਜਾਂਦੇ ਹਨ। ਜੇ ਉਪਦੇਸ਼ ਹੈ ਦੇਹ ਗਿਆਨਾ। ਅਗਰ ਉਹਨਾਂ ਤੋਂ ਕਿਸੇ ਨੂੰ ਉਪਦੇਸ਼ ਦੀ ਪ੍ਰਾਪਤੀ ਹੋ ਗਈ, ਉਹ ਸਮਾਂ ਪਾ ਕੇ ਫਿਰ ਗਿਆਨ ਦੇ ਅਧਿਕਾਰੀ ਵੀ ਬਣ ਜਾਣੇ ਹਨ। ਐਸੇ ਮਹਾਂਪੁਰਖ ਸੁਖ ਦਾਨਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਪੰਡਤ ਲੋਕ ਇਹੋ ਜਿਹੇ ਨਾਮ ਦੇ ਵਿੱਚ ਜਿਹੜੇ ਭਿੱਜੇ ਹੋਏ ਰੱਬ ਦੇ ਪਿਆਰੇ, ਉਹਨਾਂ ਦੀ ਸੰਗਤ ਦੁਆਰਾ ਬੇਅੰਤ ਜੀਵਾਂ ਦਾ ਭਲਾ ਹੋ ਜਾਂਦਾ ਹੈ। ਦੋਹਰਾ ਤਿਨ ਕੇ ਦੇਖ ਆਚਾਰ ਨਰ ਜੇ ਕੋ ਆਪ ਕਮਾਈ। ਅਗਰ ਉਹਨਾਂ ਦੇ ਸ਼ੁਭ ਕਰਮਾਂ ਨੂੰ ਦੇ ਦਿਆ ਹੋਇਆ ਕੋਈ ਦੂਜਾ ਵੀ, ਬਾਬਾ ਬੁੱਢਾ ਜੀ ਨੂੰ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੰਗਤ ਪ੍ਰਾਪਤ ਹੋਈ 12 ਕੁ ਸਾਲਾਂ ਦੀ ਉਮਰ ਦੇ ਵਿੱਚ, ਜਦੋਂ ਬਾਬਾ ਬੁੱਢਾ ਜੀ ਦੂਜੀ ਵਾਰੀ ਦਰਸ਼ਨ ਕਰਨ ਵਾਸਤੇ ਆਇਆ ਸਾ, ਉਹਨਾਂ ਦੇ ਮਨ ਨੂੰ ਫਿਰ ਨਾਮ ਦਾ ਰੰਗ ਚੜ੍ਹ ਗਿਆ। ਦੇ ਕਰਕੇ ਭਾਈ ਵਾਲਾ ਪ੍ਰਧਾਨਾ ਜੀ ਹੈਰਾਨ ਹੋ ਗਏ, ਸੱਚੇ ਪਾਤਸ਼ਾਹ ਇਤਨੀ ਛੇਤੀ ਇਹਨਾਂ ਦੇ ਉੱਪਰ ਆਪਦੀ ਰਹਿਮਤ ਹੋ ਗਈ। ਉਸ ਸਮੇਂ ਗੁਰੂ ਬਾਬਾ ਜੀ ਨੇ ਜਿਹੜਾ ਮਿਸ਼ਨ ਕਲਯੁਗ ਦੇ ਵਿੱਚ ਸ਼ੁਰੂ ਕੀਤਾ, ਭਾਉ ਭਗਤ ਗੁਰਪੁਰਬ ਕਰ ਨਾਮ ਦਾਨ ਇਸ਼ਨਾਨ ਦੜਾਇਆ। ਇਹ ਜਿਹੜੇ 3 ਕਰਮ ਧਾਰਨ ਕਰਨ ਵਾਸਤੇ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ। ਪਹਿਲਾ ਨਾਮ ਆਪ ਜੀ ਦਾ ਮਾਤਾ ਪਿਤਾ ਨੇ ਭਾਈ ਬੂੜਾ ਜੀ ਰੱਖਿਆ ਹੋਇਆ ਸੀ। ਸਤਿਗੁਰੂ ਜੀ ਕਹਿਣ ਲੱਗੇ ਵੀ ਤੁਸੀਂ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਨਾ ਰੋਜ਼ ਦੀ ਰੋਜ਼। ਸੁਣ ਕਰਕੇ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਮਹਾਰਾਜ ਜੇ ਦਾਣੇ ਪੁੱਜ ਗਏ ਫਿਰ ਭੱਠੀ ਦੇ ਉੱਪਰ ਬੈਠਣ ਦਾ ਕੀ ਫਾਇਦਾ ਹੈ?
ਦਾਣੇ ਤਾਂ ਪੁੱਜ ਚੁੱਕੇ ਨੇ ਨਾ, ਉੱਥੇ ਬੈਠ ਕੇ ਕਰਨਾ ਕੀ ਆ ਜ਼ਿਆਦਾ ਟਾਈਮ। ਗੁਰੂ ਬਾਬਾ ਜੀ ਕਹਿਣ ਲੱਗੇ ਭਾਵੇਂ ਤੁਹਾਨੂੰ ਤਾਂ ਚਲੋ ਲੋੜ ਰਹੀ ਨਹੀਂ, ਔਰ ਜਿਹੜਾ ਤੁਹਾਡਾ ਇਹੋ ਜਿਹਾ ਆਚਰਨ ਦੇਦਿਆਂ ਹੋਇਆਂ ਹੋਰਾਂ ਨੇ ਵੀ ਇਹ ਜਿਹੜੇ ਸ਼ੁਭ ਕਰਮ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈਣੇ, ਉਹਨਾਂ ਨੂੰ ਵੀ ਇਹ ਜਿਹੜੀ ਗੁਰਸਿੱਖੀ ਦਾਤ ਪ੍ਰਾਪਤ ਹੋ ਜਾਣੀ ਹੈ। ਸਵਸਤ ਹੋਤ ਤਿਨ ਕੋ ਸਦਾ ਜਮਪੁਰ ਸੋ ਨਹਿ ਜਾਈ। ਉਹਨਾਂ ਜੀਵਾਂ ਦੀ, ਉਹਨਾਂ ਮਨੁੱਖਾਂ ਦੀ ਬਸ ਕਲਿਆਣ ਹੋ ਜੂ, ਕਦੇ ਵੀ ਉਹਨਾਂ ਨੇ ਧਰਮ ਰਾਜੇ ਦੇ ਦੂਤਾਂ ਦੇ ਵਾਅਦੇ ਵਿੱਚ ਨਹੀਂ ਪੈਣਾ। ਚੌਪਈ ਨਰ ਜਿਹ ਪਾਰ ਲੰਘਾਵਨ ਹੋਈ। ਵੀ ਜਿਨ੍ਹਾਂ ਦੇ ਉੱਪਰ ਕੋਈ ਐਸੀ ਸਤਿਪੁਰਸ਼ਾਂ ਦੀ ਦ੍ਰਿਸ਼ਟੀ ਜਾਂ ਫਿਰ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਜਿਹੜੇ ਵੀ ਵੱਡੇ ਭਾਗਾਂ ਵਾਲੇ ਆਇਆ ਕਰਦੇ ਹਨ, ਵੱਡ ਭਾਗੀ ਸਾਧ ਸੰਗ ਪ੍ਰਾਪਤ ਤਨ ਪੈਟਤ ਦੁਰਮਤ ਕੋਈ ਤਿਨ ਕੀ ਥੋਰ ਨਾਨਕ ਦਾਸ ਵਾਂਛਾ ਜਿਨ ਹਰ ਨਾਮ ਹਿਰਦੈ ਪਰੋਈ। ਉਹਨਾਂ ਦੀ ਨਾਲ ਦੀ ਨਾਲ ਜਿਹੜੀ ਖੋਟੀ ਮਤ ਨਾਸ ਹੋ ਜਾਣੀ ਹੈ। ਪਾਰ ਕਰੈ ਕੇਵਟ ਸਮਸੋਈ। ਸਤਿਗੁਰੂ ਜੀ ਕਹਿਣ ਲੱਗੇ ਵੀ ਉਹ ਮਲਾਹਾਂ ਦੇ ਸਮਾਨ ਨਾਮ ਰੂਪੀ ਬੇੜੀ ਦੇ ਵਿੱਚ ਬਹਿ ਕੇ ਜਗਿਆਸਾ ਰੂਪੀ ਮੁਸਾਫਰਾਂ ਦੇ ਪੂਰਾਂ ਦੇ ਪੂਰ ਆ ਜਿਹੜੇ ਸੰਸਾਰ ਰੂਪੀ ਸਾਗਰ ਤੋਂ ਪਾਰ ਕਰ ਦਿੰਦੇ ਹਨ। ਕਿਸੀ ਤੁਲਾ ਦੀ ਕਿਹ ਸ਼ਰਨਾਈ। ਕਿਸੇ ਤੁਲਾ ਦੇ ਕਿਸੇ ਸਰਨਾਈ, ਕਿਸੇ ਨੂੰ ਤੁਲਾ ਭਾਵ ਬੇੜੀ ਸ਼ਰਨਾਈ ਹੁੰਦੀ ਆ। ਜਿਵੇਂ ਆ ਕਈ ਡੂੰਘੇ ਪਾਣੀ 'ਚ ਟੂਬਾਂ ਹੁੰਦੀਆਂ ਨੇ ਵੱਡੀਆਂ ਵੱਡੀਆਂ, ਉਹਦੇ ਵਿੱਚ ਹਵਾ ਪਾ ਕੇ ਤਰਨ ਲੱਗ ਜਾਂਦੇ ਹਨ। ਕਿਸੇ ਨੂੰ ਸੋਟੀ ਦੇ ਸਮਾਨ ਨਾਮ ਰੂਪੀ ਸ਼ਰਨਾਈ, ਜਾਂ ਫਿਰ ਕਿਸੇ ਨੂੰ ਇਹ ਜਿਵੇਂ ਉਹ ਟਿਊਬ ਦੇ ਵਿੱਚ ਭਰ ਕਰਕੇ ਹਵਾ ਡੁੱਬਦੇ, ਉਹ ਵੀ ਨਹੀਂ, ਦੂਸਰੇ ਕਿਨਾਰੇ 'ਤੇ ਪਹੁੰਚ ਜਾਂਦੇ ਹਨ। ਕਿਸੋਂ ਨੌਕਾ ਦੇਤ ਚੜਾਈ। ਵੀ ਕਿਸੇ ਨੂੰ ਨਦੀ ਤਰੰਦੜੀ ਮੈਡਾ ਖੋਜ ਨਾ ਖੁੰਭੈ ਮੰਜ ਮੁਹਾਵਤ ਤੇਰੀ ਤੋ ਸਹਿ ਚਰਣੀ ਮੈਡਾ ਹੀੜਾ ਸੀਤਮਹਾਰ। ਨਾਨਕ ਤੋਲਾ ਬੇੜੀ ਵੱਡੇ ਭਾਗਿਆਂ ਵਾਲਿਆਂ ਨੂੰ ਉਹਨਾਂ ਨੇ ਨਾਮ ਰੂਪੀ ਬੇੜੀ ਦੇ ਵਿੱਚ ਅਸਵਾਰ ਕਰ ਦੇਣਾ। ਤਿਹ ਕੇ ਦਰਸ਼ਨ ਕਲਮਲ ਜਾਈ। ਸਤਿਗੁਰੂ ਜੀ ਕਹਿਣ ਲੱਗੇ ਵੀ ਐਸੇ ਸਤਿਪੁਰਸ਼ਾਂ ਦੇ ਦੀਦਾਰ ਕਰਨ ਦੇ ਨਾਲ ਹੀ ਇਸ ਪ੍ਰਾਣੀ ਦੇ ਪਤਾ ਨਹੀਂ ਕਿਤਨੇ ਪਾਪ ਦਗਦ ਹੋ ਜਾਣੇ ਹਨ। ਮਹਾਂਪੁਰਖ ਗੁਰ ਸਭ ਸੁਖਦਾਈ। ਜਿਹੜੇ ਨੇ ਐਸੇ ਮਹਾਂਪੁਰਖ ਕਾਮਲ ਮੁਰਸ਼ਦ, ਉਹ ਕੈਸੇ ਨੇ? ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਮਾਨ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਬਾਬਾ ਜੀ ਦੇ ਸਮਾਨ ਤਾਂ ਕੋਈ ਹੋਇਆ ਹੀ ਨਹੀਂ ਦੁਨੀਆ ਦੇ ਵਿੱਚ, ਜਿਹਦੇ ਉੱਪਰ ਬਸ ਦ੍ਰਿਸ਼ਟੀ ਪੈ ਗਈ। ਸੱਜਣ ਠੱਗ ਨੂੰ ਅਸਲੀ ਸੱਜਣ ਬਣਾਇਆ। ਭੂਮੀਏ ਚੌਰ ਦੇ ਉੱਪਰ ਕੈਸੀ ਸਤਿਗੁਰੂ ਜੀ ਨੇ ਕਿਰਪਾ ਕੀਤੀ। ਕਿੰਨਾ ਕਿੰਨਾ ਦਾ ਜ਼ਿਕਰ ਕੀਤਾ ਕਰਕੇ ਦੱਸਿਆ ਜਾਏ। ਕੌਡੇ ਰਾਖਸ਼ ਵਰਗੇ ਇਹੋ ਜਿਹੇ ਬੜੇ ਪੱਥਰ ਦਿਲ ਜ਼ਾਲਮ ਪਾਪੀ ਰਾਜੇ ਲਾਭ ਰਜਾਦਵਾ ਦੇ ਸਮਾਨ, ਜਿਹੜੇ ਬਸ ਹਿੰਦੂਆਂ ਨੂੰ ਤਾਂ ਮਾਰਨ ਲੱਗਿਆ ਮਿੰਟ ਲਾਉਂਦੇ, ਕੋਈ ਉਹਨਾਂ ਦੇ ਮਨ ਦੇ ਵਿੱਚ ਤਰਸ ਨਹੀਂ ਸੀ ਪੈਦਾ ਹੁੰਦਾ। ਰੋਜ਼ ਦੀ ਰੋਜ਼ ਕਤਲ ਕਰਨ ਵਾਲੇ ਇਹੋ ਜਿਹੇ ਜ਼ਾਲਮ ਪਾਪੀ, ਉਹਨਾਂ ਦਾ ਵੀ ਗੁਰੂ ਬਾਬਾ ਜੀ ਨੇ ਉਧਾਰ ਕੀਤਾ। ਗੁਣ ਖਾਨੀ ਤੀ ਸੁਨ ਅਸਬਾਨੀ। ਗੁਣਾਂ ਦੀ ਖਾਨ ਜਦੋਂ ਮਹਾਰਾਜ ਦੇ ਕੋਲੋਂ ਇਹਨਾਂ ਬ੍ਰਾਹਮਣਾਂ ਨੇ ਐਸੇ ਭਜਨ ਸੁਣੇ ਆਪਣੇ ਕੰਨਾਂ ਦੇ ਨਾਲ। ਪਰਮ ਪ੍ਰੇਮ ਮੈਂ ਮਤ ਲਪਟਾਨੀ। ਬਚਨ ਸੁਣੇ ਨਹੀਂ, ਪਰਮ ਪ੍ਰੇਮ ਹੈ ਮਤਲਬ ਟਾਨੀ। ਫਲ ਇਹਨਾਂ ਨੂੰ ਕੀ ਪ੍ਰਾਪਤ ਹੋਇਆ ਵੀ ਜਿਹੜੇ ਗੁਰੂ ਬਾਬਾ ਜੀ ਦੇ ਪਾਸ ਆ ਕੇ ਨਾ ਚੱਲ ਕੇ ਪਰਮ ਪ੍ਰੇਮ ਹੈ ਉਹਨਾਂ ਦੀ ਜਿਹੜੀ ਮਤ ਉਸੇ ਵਕਤ
ਪ੍ਰੇਮ ਦੇ ਵਿੱਚ ਭਿੱਜਿਆ ਗਈ ਹੈ। ਗਹਿ ਪਦ ਪੰਕਜ ਬਿਨੈ ਬਖਨ ਹੈ। ਸਤਿਗੁਰੂ ਜੀ ਦੇ ਪਕੜ ਕਰਕੇ ਚਰਨ ਸਾਰੀ ਵਾਰ-ਵਾਰ ਆਪਣੇ ਵੱਲੋਂ ਬੇਨਤੀਆਂ ਕਰਨ ਲੱਗ ਪਏ। ਮੁਕਤ ਦਾਨ ਦਾ ਰੂਪ ਪਛਾਨ ਹੈ। ਇਹਨਾਂ ਨੇ ਦਰਸ਼ਨ ਕੀਤਾ, ਨਹੀਂ ਪਤਾ ਲੱਗਿਆ ਵੀ ਇਹ ਤਾਂ ਆਪ ਹੀ ਜੀਵਾਂ ਦੀ ਕਲਿਆਣ ਕਰਨ ਵਾਲੇ ਮੁਕਤੀ ਦਾ ਦਾਤੇ ਹਨ। ਆਮ ਲੋਕਾਂ ਦੇ ਕੋਲੋਂ ਮਾਇਆ ਮਿਲ ਜੂ, ਕੱਪੜੇ ਮਿਲ ਜਾਣਗੇ, ਕੋਈ ਜ਼ਿਆਦਾ ਵੱਡਾ ਮਹਾਰਾਜਾ ਉਹਨੇ ਮਾੜੀ ਮੋਟੀ ਰਿਆਸਤ ਦਾ ਮਾਲਕ ਕਿਸੇ ਨੂੰ ਬਣਾ ਦੇਣਾ। ਮੁਕਤੀ ਦਾਤੇ ਗੁਰੂ ਬਾਬਾ ਜੀ ਦੇ ਚਰਨੋਂ ਤੋਂ ਦਾਨ ਹੀ ਮੁਕਤੀ ਦਾ ਜਿਹੜਾ ਪ੍ਰਾਪਤ ਹੁੰਦਾ ਨੇ। ਇਸੇ ਕਰਕੇ ਕਹਿੰਦੇ ਆ ਵੀ ਸਤਿਗੁਰੂ ਜੀ ਤਾਂ ਮੁਕਤ ਦੇ ਦਾਤੇ ਹਨ। ਭਵ ਸਾਗਰ ਮਹਿ ਹੈ ਦੁਖ ਭਾਰਿਆ। ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਜਿਹੜੇ ਪ੍ਰਾਣੀ ਸੰਸਾਰ ਸਾਗਰ ਦੇ ਵਿੱਚ ਪੈ ਕਰਕੇ ਬੜੇ ਬੜੇ ਦੁੱਖਾਂ ਬੜੇ ਬੜੇ ਕਸ਼ਟਾਂ ਨੂੰ ਜੋ ਵੀ ਭੋਗ ਰਹੇ ਹਨ। ਨਿਜ ਕਰੁਣਾ ਕਰ ਕਰੋ ਉਧਾਰਿਆ। ਇਹਨਾਂ ਸਾਰਿਆਂ ਵਿਦਵਾਨਾਂ ਪੰਡਤਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਤੋਂ ਬਗੈਰ ਸਾਡੇ ਵਰਗਿਆਂ ਦਾ ਕੌਣ ਫਿਰ ਉਧਾਰ ਕਰ ਸਕਦਾ ਹੈ। ਦੋਹਰਾ ਸਿੱਖ ਆਪਣੇ ਕੀਜੀਏ ਸ਼ੁਭ ਉਪਦੇਸ਼ ਦ੍ਰਿੜਾਈ। ਇਹਨਾਂ ਨੇ ਵੀ ਗੁਰੂ ਬਾਬਾ ਜੀ ਤੋਂ ਉਪਦੇਸ਼ ਪ੍ਰਾਪਤ ਕਰਨ ਦੇ ਲਈ ਬਾਰ-ਬਾਰ ਬੇਨਤੀਆਂ ਕੀਤੀਆਂ। ਜਸ ਤੁਮਰਾ ਸਰਵਨਨ ਸੁਨਿਓ ਦਰਸ਼ ਦਿਓ ਅਬ ਆਈ। ਕਹਿ ਲਗੇ ਮਹਾਰਾਜ ਆਪ ਦੀ ਵਡਿਆਈ, ਆਪ ਦਾ ਜਸ ਤਾਂ ਅਸੀਂ ਪਹਿਲਾਂ ਹੀ ਬੜੀ ਦਫਾ ਕੰਨਾਂ ਦੇ ਨਾਲ ਸੁਣਿਆ ਹੋਇਆ, ਤੇ ਅੱਜ ਹੁਣ ਸਾਡੇ ਕੋਈ ਐਸੇ ਚੰਗੇ ਭਾਗ ਜਾਗੇ ਜਿਸ ਕਰਕੇ ਇੱਥੇ ਹੀ ਅਯੁੱਧਿਆਪੁਰੀ ਦੇ ਵਿੱਚ ਆਪ ਜੀ ਦਾ ਦੀਦਾਰ ਹੋ ਗਿਆ। ਚੌਪਈ ਤਿਨ ਕੀ ਦੇਖ ਦੀਨਤਾ ਦਿਆਲਾ। ਦਿਆਲੂ ਕਿਰਪਾਲੂ ਗੁਰੂ ਬਾਬਾ ਜੀ ਨੇ ਅੰਤਰਜਾਮਤਾ ਦੇ ਨਾਲ ਦੇ ਲਿਆ ਵੀ ਇਹਨਾਂ ਦੇ ਚਿੱਤ ਦੇ ਵਿੱਚ ਜਿਹੜਾ ਵਿਦਿਆ ਦਾ ਮਾਨ ਹੰਕਾਰ ਪਾਪਾਂ ਦੀ ਮੈਲ ਭਰੀ ਹੋਈ ਉਹ ਤਾਂ ਨਿਕਲ ਗਈ ਹੈ, ਔਰ ਇਹਨਾਂ ਦੇ ਹਿਰਦੇ ਦੇ ਅੰਦਰ ਸਾਰਿਆਂ ਨਾਲੋਂ ਜਿਹੜਾ ਵੱਡਾ ਗੁਣ ਨਿਮਰਤਾ ਗਰੀਬੀ ਪੈਦਾ ਹੋ ਗਈ। ਦੇਤ ਭਈ ਉਪਦੇਸ਼ ਰਸਾਲਾ। ਰਸਾਲਾ ਇਹੋ ਜਿਹਾ ਸ਼ੁਭ ਉਪਦੇਸ਼ ਗੁਰੂ ਬਾਬਾ ਜੀ ਨੇ ਨਾ ਅਯੁੱਧਿਆਪੁਰੀ ਦੇ ਮਹਾਨ ਵਿਦਵਾਨ ਪੰਡਤਾਂ ਨੂੰ ਬਖਸ਼ਿਆ। ਜਗਤ ਜਾਨੀਏ ਰਿਧਿ ਅਨਿਤਾ। ਸਤਿਗੁਰੂ ਜੀ ਕਹਿੰਦੇ ਜਦੋਂ ਤੁਸੀਂ ਮਨ ਦੇ ਵਿੱਚ ਦੁਨੀਆ ਨੂੰ ਕਲਪਤ ਮਿਥਿਆ ਜਾਣਨ ਲੱਗ ਜਾਵੋਗੇ। ਸਤਨਾਮ ਸਿਮਰੋ ਨਿਤ ਚਿੱਤਾ। ਵੀ ਸਤ ਕਿਹੜੀ ਵਸਤੂ ਹੈ? ਪਰਮਾਤਮਾ ਦਾ ਨਾਮ, ਜਾਂ ਫਿਰ ਆਪ ਵਾਹਿਗੁਰੂ ਜਿਹਨੂੰ ਕਹਿੰਦੇ ਨੇ ਤ੍ਰੈ ਕਾਲ ਆਵਾਜ਼ ਸਰੂਪ, ਉਹਦੇ ਉੱਪਰ ਤਿੰਨੇ ਕਾਲਾਂ ਦਾ ਕਦੇ ਕੋਈ ਵੀ ਅਸਰ ਨਹੀਂ ਹੁੰਦਾ। ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈਐ ਨਿਤ ਧਿਆਈਐ। ਹਰ ਪੁਰਖ ਨਿਰੰਜਨਾ ਛੋਡੀ ਸੁਲਤਾਨ। ਸਤਿਗੁਰੂ ਰਾਮਦਾਸ ਨੇ ਵੀ ਇਹ ਸ਼ਬਦ ਦੇ ਵਿੱਚ ਭਗਵਾਨ ਦੇ ਨਾਮ ਦੀ ਜਿਹੜੀ ਵਡਿਆਈ, ਜੋ ਵੀ ਪਰਮਾਤਮਾ ਦੀ ਬੰਦਗੀ ਦੇ ਵਿੱਚ ਬਰਕਤਾਂ ਭਰੀਆਂ ਹੋਈਆਂ ਨੇ ਨਾ, ਉਹਦੇ ਬਾਰੇ ਪ੍ਰਵਚਨ ਕੀਤੇ ਹੋਏ ਨੇ। ਪਹਿਲਾ ਵਚਨ ਕੀ ਹੈ? ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸੈ ਕਾਮ ਧਿਨਾ। ਸੋ ਐਸਾ ਰਤਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ ਹਾਲਤ ਪਾਲਤ ਮੁਖ ਉਜਲ ਹੋਈਐ ਨਿਤ ਧਿਆਈਐ। ਹਰ ਪੁਰਖ ਨਿਰੰਜਨਾ ਜੈ ਹਰ ਸਿਮਰਨ ਭਇਆ। ਤੈ ਉਪਾਦ ਕਤ ਕੀਨੀ ਬੜ ਭਾਗੀ ਹਰ ਜਪਨਾ। ਜਨ ਨਾਨਕ ਗੋ ਗੁਰ ਹੋਏ ਮਤ ਦੀਨੀ। ਜਪ ਹਰ ਪਾਵੈ ਜਲ ਤਰਨਾ। ਕਿਤਨੇ ਬਚਨ ਸਤਿਗੁਰੂ ਰਾਮਦਾਸ ਮਹਾਰਾਜ ਨੇ ਨਾਮ ਦੇ ਪ੍ਰਤੀ ਇਹ ਸ਼ਬਦ ਦੇ ਵਿੱਚ ਕੀਤੇ ਹੋਏ ਹਨ। ਮਨ ਰੋਕਨ ਕੋ ਕਰ ਅਭਿਆਸਾ। ਸਤਿਗੁਰੂ ਜੀ ਕਹਿਣ ਲੱਗੇ ਵੀ ਜਦੋਂ ਤੁਸੀਂ ਆਪਣੇ ਚੰਚਲ ਮਨ ਨੂੰ ਰੋਕਣ ਦਾ ਸਹਿਜੇ ਸਹਿਜੇ ਬੜਾ ਅਭਿਆਸ ਕਰ ਲੈਣਾ।
ਹਵੈ ਤੁਮਕੋ ਪ੍ਰਾਪਤ ਸੁਖ ਰਾਸਾ। ਤੁਹਾਨੂੰ ਹਿਰਦੇ ਦੇ ਅੰਦਰ ਹੀ ਆ ਸਾਰੇ ਜਿਹੜੇ ਸੁੱਖ ਪ੍ਰਾਪਤ ਹੋ ਜਾਣੇ ਨਾ, ਜਿਨ੍ਹਾਂ ਨੂੰ ਬਾਹਰ ਢੂੰਡਦੇ ਫਿਰਦੇ ਹੋ। ਕਾਏ ਰੇਮਨ ਖੋਜਨ ਜਾਈ, ਜਿਸ ਪਰਮਾਤਮਾ ਨੂੰ ਲੱਭਦੇ ਫਿਰਦੇ ਹੋ। ਰੋਈਆਂ ਬੀਆਂ ਬਾਨਾ ਜੰਗਲਾਂ 'ਚ ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ ਬਸੀ ਰਾਬੇ ਵਾਲੀ ਹੈ। ਜੰਗਲ ਕਿਆ ਢੂਡੇ, ਜਿਵੇਂ ਫੁੱਲਾਂ ਦੀ ਖੁਸ਼ਬੂ ਉਹਨਾਂ ਦੇ ਵਿੱਚ ਹੀ ਹੁੰਦੀ ਹੈ, ਪਰ ਸਿਆਣੇ ਫੁੱਲਾਂ 'ਚੋਂ ਹੀ ਐਸੀ ਜਿਹੜੀ ਸੁਗੰਧੀ ਲੱਭ ਲੈਂਦੇ ਹਨ। ਸਤਿਗੁਰੂ ਜੀ ਕਹਿਣ ਲੱਗੇ ਵੀ ਜਦੋਂ ਮਨ ਤੁਹਾਡਾ ਇਕਾਗਰ ਹੋਣ ਲੱਗ ਪਿਆ, ਇਹ ਸੁੱਖ ਤੁਹਾਨੂੰ ਅੰਦਰੋਂ ਹੀ ਪ੍ਰਾਪਤ ਹੋਣ ਲੱਗ ਜਾਣੇ ਹਨ। ਜਬ ਹੀ ਜਗਤ ਅਸਤ ਪਛਾਨੋ। ਜਦੋਂ ਇਹ ਹਕੀਕਤ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਗਈ, ਨਾਮ ਜਪਦੇ ਆ ਵੀ ਇਹ ਜਿਹੜੀ ਪਰਪੰਚ ਦੀ ਖੇਲ ਇਹ ਤਾਂ ਕਲਪਤ ਹੈ, ਐਵੇਂ ਮਿਥਿਆ ਹੈ। ਮਨ ਸੰਕਲਪ ਸੁਖੈ ਨੰ ਹਾਨੋ। ਫਿਰ ਤੁਹਾਡੇ ਆ ਜਿਹੜੇ ਅੰਦਰਲੇ ਸੰਕਲਪ ਤੇ ਵਿਕਲਪ ਹੌਲੀ ਹੌਲੀ ਇਹ ਘਟਣੇ ਸ਼ੁਰੂ ਹੋ ਜਾਣੇ ਹਨ। ਇਸ ਪ੍ਰਕਾਰ ਕੋ ਦੇ ਉਪਦੇਸ਼ਾ। ਇਹੋ ਜਿਹਾ ਜਿਹੜਾ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਯੁੱਧਿਆ ਪੁਰੀ ਦੇ ਵਿੱਚ ਜਿਹੜੇ ਸੀ ਰਹਿਣ ਵਾਲੇ ਮਹਾਨ ਵਿਦਵਾਨ ਪੰਡਤ, ਉਹਨਾਂ ਨੂੰ ਬਖਸ਼ਿਆ। ਆਗੇ ਗਮਨ ਕੀਨ ਜਗਤੀਸ਼ਾ। ਇਹਨਾਂ ਨੂੰ ਵੀ ਗੁਰੂ ਬਾਬਾ ਜੀ ਨੇ ਗੁਰਸਿੱਖੀ ਦੇ ਨਾਲ ਜੋੜ ਕਰਕੇ ਫਿਰ ਅੱਗੇ ਆਪਣੇ ਜਾਣ ਵਾਸਤੇ ਤਿਆਰੀ ਕਰ ਲਈ। ਕਾਂਸੀ ਵਿਖੈ ਜਾਏ ਕੀਏ ਡੇਰਾ। ਥੋੜੇ ਟਾਈਮ ਦੇ ਅੰਦਰ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਬਨਾਰਸ ਨਾਮ ਦਾ ਨਗਰ ਅੱਜ ਵੀ ਇਹ ਹਿੰਦੁਸਤਾਨ ਦੇ ਵਿੱਚ ਬੜਾ ਪ੍ਰਸਿੱਧ ਹੈ, ਉਸ ਕਾਂਸੀ ਸ਼ਹਿਰ ਦੇ ਵਿੱਚ ਪਹੁੰਚ ਗਏ। ਇੱਥੇ ਕਿਤਨੇ ਵੱਡੇ ਵੱਡੇ ਜਿਹੜੇ ਦੇਖੋ ਪਰਮਾਤਮਾ ਦੇ ਭਗਤ ਵੀ ਹੋਏ ਹਨ। ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਇਹਨਾਂ ਸਾਰਿਆਂ ਨੇ ਕਾਂਸੀ ਸ਼ਹਿਰ ਦੇ ਵਿੱਚ ਹੀ ਆਪਣਾ ਜਨਮ ਧਾਰਨ ਕੀਤਾ ਹੈ। ਵਰਤਮਾਨ ਸਮੇਂ ਦੇ ਵਿੱਚ ਵੀ ਇੱਥੇ ਦੂਰੋਂ ਦੂਰੋਂ ਬੜੇ ਜਿਹੜੇ ਸਾਧੂ ਸੰਸਕ੍ਰਿਤ ਵਿਦਿਆ ਪੜ੍ਹਨ ਵਾਸਤੇ ਜਾਂਦੇ ਹਨ। ਹੁਣ ਵੀ ਬੜਾ ਪ੍ਰਬੰਧ ਹੈ। ਕਾਂਸੀ ਸ਼ਹਿਰ ਦੇ ਵਿੱਚ ਕਿਸੇ ਨੇ ਸੰਸਕ੍ਰਿਤ ਵਿਦਿਆ ਪੜ੍ਹਨੀ ਹੈ, ਉੱਥੇ ਹੀ ਵੱਡੇ ਵੱਡੇ ਪੰਡਤ ਵਿਦਵਾਨ ਰਹਿੰਦੇ ਹਨ। ਭਗਤ ਕਬੀਰ ਜੀ ਜੈਸਿਆਂ ਨੇ ਸਾਰਾ ਜੀਵਨ ਕਾਂਸੀ ਸ਼ਹਿਰ ਦੇ ਵਿੱਚ ਹੀ ਰਹਿ ਕਰਕੇ ਬਤੀਤ ਕੀਤਾ। ਤਟ ਸੁਰਸਰ ਜਹ ਸੁੰਦਰ ਹੀਰਾ। ਜਿੱਥੇ ਗੁਰੂ ਬਾਬਾ ਜੀ ਨੇ ਗੰਗਾ ਦੇ ਕਿਨਾਰੇ ਤੇ ਕੋਈ ਐਸੀ ਬੜੀ ਸਾਫ ਸੁਥਰੀ ਸੋਹਣੀ ਜੀ ਜਗ੍ਹਾ ਦੇਖ ਲਈ ਹੈ। ਅਤਿਸ਼ੈ ਉਜਲ ਨੀਰ ਤਰੰਗਾ। ਹੁਣ ਜਿਸ ਗੰਗਾ ਦੇ ਵਿੱਚ ਤਾਂ 12 ਮਹੀਨੇ 30 ਦਿਨ ਬੜਾ ਉਜਲ ਜਿਹੜਾ ਜਲ ਵਗਦਾ ਹੀ ਰਹਿੰਦਾ ਹੈ। ਸਤਨਾਮ ਕੋ ਜਸ ਜਨ ਚੰਗਾ। ਹੁਣ ਇੱਥੇ ਵੀ ਗੁਰੂ ਬਾਬਾ ਜੀ ਜਗ ਜੀਰਨ ਸਾਧਨ ਦੂਰ ਕੀਓ ਦਰ ਸਾਧਨ ਆਰਾਮੈ ਨਾਮ ਬਤਾਇਓ। ਬਨਾਰ ਦੇ ਵਿੱਚ ਵੀ ਗੁਰੂ ਬਾਬਾ ਜੀ ਇਹਨਾਂ ਪੰਡਤਾਂ ਨੂੰ ਵਿਦਵਾਨਾਂ ਨੂੰ ਜਿਹੜਾ ਨਾਮ ਦਾ ਤੇਜ ਪ੍ਰਤਾਪ ਸਾਹਮਣੇ ਦਿਖਾਉਣਾ ਚਾਹੁੰਦੇ ਨੇ ਵੀ ਇਹਦੇ ਵਿੱਚ ਕਿਤਨੀਆਂ ਬਰਕਤਾਂ ਭਰੀਆਂ ਹੋਈਆਂ ਹਨ। ਹੋਤੇ ਤਹਾਂ ਜੀ ਪੰਡਿਤ ਭਾਰੀ। ਹੁਣ ਇੱਥੇ ਵੀ ਬਹੁਤ ਭਾਰੀ ਜਿਹੜੇ ਸੰਸਕ੍ਰਿਤ ਵਿਦਿਆ ਦੇ ਵਿਦਵਾਨ ਪੰਡਤ ਪਹਿਲਾਂ ਤੋਂ ਹੀ ਰਿਹਾ ਕਰਦੇ ਸੀ। ਸੁਨ ਕਰ ਸੁਧ ਤਿਨ ਸਰਾਉਣ ਮਝਾਰੀ। ਉਹਨਾਂ ਨੇ ਵੀ ਜਦੋਂ ਗੁਰੂ ਬਾਬਾ ਜੀ ਦੇ ਆਉਣ ਦੀ ਖਬਰ ਆਪਣੇ ਕੰਨਾਂ ਦੇ ਨਾਲ ਸੁਣ ਲਈ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਆ ਗਏ। ਆਪਣੇ ਕਾਂਸੀ ਸ਼ਹਿਰ ਦੇ ਵਿੱਚ ਜਿਹੜਾ ਸੀ ਗੋਪਾਲ ਦੱਤ ਨਾਮ ਦਾ ਮਹਾਨ ਪੰਡਤ, ਉਹ ਵੀ ਸਾਰਿਆਂ ਨੂੰ ਇਕੱਠੇ ਕਰਕੇ ਗੁਰੂ ਬਾਬਾ ਜੀ ਦੇ ਪਾਸ ਆਇਆ। ਇਹਦਾ ਹੁਣ
ਵਿਦਿਆ ਪੜ੍ਹ ਕੇ ਬਹੁਤ ਇੱਕ ਤਰ੍ਹਾਂ ਦੀ ਆਦਤ ਜਿਵੇਂ ਸੁਭਾਅ ਹੀ ਪੱਕ ਚੁੱਕਿਆ ਸੀ ਵੀ ਜਿਹੜਾ ਕੋਈ ਸਾਧੂ ਮਹਾਤਮਾ ਵਿਸ਼ੇਸ਼ ਤੌਰ 'ਤੇ ਜਿਹਨੇ ਭਗਵੇਂ ਕਹਿ ਲਓ ਗਹਿਰੂ ਰੰਗ ਦੇ ਪਾਏ ਹੁੰਦੇ ਸੀ ਕੱਪੜੇ, ਆ ਕਰਕੇ ਇਹਨੇ ਬਿਨਾਂ ਬੁਲਾਏ ਤੋਂ ਸਿੰਘ ਫਸਾਉਣੇ ਹੀ ਫਸਾਉਣੇ ਹਨ। ਭਾਵੇਂ ਕੋਈ ਵੀ ਹੈ, ਅਗਰ ਕੋਈ ਹੁੰਦਾ ਨਾ ਇਹੋ ਜਿਹਾ ਅਨਪੜ੍ਹ ਸਾਧੂ ਮਹਾਤਮਾ ਜਿਹਨੇ ਵਿਚਾਰੇ ਨੇ ਵਿਦਿਆ ਨਹੀਂ ਪੜ੍ਹੀ, ਜੇ ਕਿਤੇ ਗੱਲ ਕਰਨੀ ਵੀ ਜੀ ਮੈਂ ਤਾਂ ਅਨਪੜ੍ਹ ਹਾਂ, ਮੈਨੂੰ ਤਾਂ ਕੁਛ ਆਉਂਦਾ ਨਹੀਂ, ਮੈਂ ਤੁਹਾਡੇ ਨਾਲ ਗਿਆਨ ਚਰਚਾ ਕਿਵੇਂ ਕਰੂੰ। ਇਹਨੇ ਫਿਰ ਕਹਿਣਾ ਆ ਭਗਵੇਂ ਕੱਪੜਿਆਂ ਨੂੰ ਲਾਜ ਕਾਹਨੂੰ ਲਾਈਏ, ਜੇ ਤਾਂ ਵਿਦਿਆ ਨਹੀਂ ਪੜ੍ਹੀ ਤੂੰ ਵਿਦਵਾਨ ਨਹੀਂ ਪੜ੍ਹਿਆ। ਆ ਗੇਰੂ ਰੰਗ ਦੇ ਕੱਪੜੇ ਕਾਹਦੇ ਵਾਸਤੇ ਸਰੀਰ ਦੇ ਉੱਪਰ ਧਾਰਨ ਕੀਤੇ ਹੋਏ ਹਨ। ਉਸ ਸਮੇਂ ਬਹੁਤ ਸਾਰੇ ਮਹਾਨ ਵਿਦਵਾਨ ਪੰਡਤ ਗੁਰੂ ਬਾਬਾ ਜੀ ਦੇ ਪਾਸ ਚੱਲ ਕੇ ਪਹੁੰਚ ਗਏ ਹਨ। ਮਿਲ ਕਰ ਸਭ ਹੀ ਆਪਸ ਮਾਹੀ। ਹੁਣ ਇਹਨਾਂ ਨੇ ਪਹਿਲਾਂ ਬੈਠ ਕਰਕੇ ਵਿਚਾਰ ਕੀਤੀ ਹੈ। ਆਵਨ ਭੀ ਤਿਆਰ ਹਰ ਖਾਹੀ। ਬੜੇ ਮਨ ਦੇ ਵਿੱਚ ਖੁਸ਼ ਹੋ ਕੇ ਚੱਲ ਪਏ ਆਪੋ ਆਪਣੇ ਘਰਾਂ ਤੋਂ ਵੀ ਜਾ ਕੇ ਆਪਾਂ ਇਹਨਾਂ ਨੂੰ ਵੀ ਪਹਿਲੇ ਸਾਧੂਆਂ ਵਿਦਵਾਨਾਂ ਦੇ ਸਮਾਨ ਆਪਣੀ ਵਿਦਿਆ ਦੇ ਬਲ ਦੁਆਰਾ ਜਿੱਤ ਲੈਣਾ। ਪੂਰਨ ਸੰਤ ਸੰਤ ਥੇ ਜਾਂ ਕੋ। ਹੁਣ ਇਹਨਾਂ ਦਾ ਸੁਭਾਅ ਤਾਂ ਪਹਿਲਾਂ ਤੋਂ ਹੀ ਬੜਾ ਪਰਪੱਕ ਹੋ ਚੁੱਕਿਆ ਸੀ ਵੀ ਜਿੱਥੇ ਕੋਈ ਐਸਾ ਸਾਧੂ ਜਾਂ ਕਿਸੇ ਮਹਾਨ ਵਿਦਵਾਨ ਬਾਰੇ ਇਹਨਾਂ ਨੂੰ ਕੋਈ ਐਸੀ ਖਬਰ ਮਿਲ ਜਾਂਦੀ ਸੀ। ਦਰਸ਼ਨ ਕਰੈ ਚਲੋ ਅਬ ਤਾਂ ਕੋ। ਉਸ ਸਮੇਂ ਪਤਾ ਲੱਗਿਆ ਵੀ ਤਾਂ ਨਾਨਕ ਨਿਰੰਕਾਰੀ ਨੇ ਇਹਨਾਂ ਨੂੰ ਕੋਈ ਅੱਜ ਤੱਕ ਫਤਿਹ ਨਹੀਂ ਕਰ ਸਕਿਆ। ਨਰ ਬ੍ਰਿੰਦਨ ਸੋ ਪੰਡਿਤ ਆਈ। ਨਰ ਬ੍ਰਿੰਦਨ ਸੌ ਬਹੁਤ ਹੋਰ ਇਹਨਾਂ ਨੇ ਆਪਣੇ ਸ਼ਹਿਰ ਦੇ ਲੋਕ ਵੀ ਨਾਲ ਹੀ ਇਕੱਠੇ ਕਰ ਲਏ ਗੁਰੂ ਬਾਬਾ ਜੀ ਦਾ ਦੀਦਾਰ ਕਰਨ ਦੇ ਲਈ। ਸ਼੍ਰੀ ਗੁਰ ਆਗੈ ਸੀਸ ਨਿਵਾਈ। ਆ ਕਰਕੇ ਪਹਿਲਾਂ ਇਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ, ਸੀਸ ਝੁਕਾਇਆ ਸੀ। ਧਰ ਔਰ ਸ਼ਰਧਾ ਕੋ ਢਿੱਗ ਬੈਸੀ। ਪਰ ਉਸ ਸਮੇਂ ਇਹਨਾਂ ਨੂੰ ਪਹਿਲਾਂ ਹੀ ਇਹ ਜਿਹੜੀ ਖਬਰ ਮਿਲ ਚੁੱਕੀ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਧਾਰਨ ਕਰਨ ਦੀ। ਕਈ ਨਿਮਰਤਾ ਗਰੀਬੀ ਵਾਲੇ ਵੀ ਹੋਇਆ ਕਰਦੇ ਹਨ। ਉਸ ਸਮੇਂ ਸਾਰੇ ਜਦੋਂ ਗਿਆਨ ਗੌਟ ਕਰਨ ਵਾਸਤੇ ਸਤਿਗੁਰੂ ਜੀ ਦੇ ਚਰਨਾਂ 'ਚ ਹਾਜ਼ਰ ਹੋ ਗਏ। ਪ੍ਰਸ਼ਨ ਕੀ ਨਾ ਮਿਲ ਕੇ ਤਬ ਐਸੀ। ਇਹੋ ਜਿਹੇ ਪ੍ਰਸ਼ਨ ਆ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੇ ਜਿਵੇਂ ਪਹਿਲਾਂ ਵੀ ਸਾਧੂ ਮਹਾਤਮਾ ਦੇ ਨਾਲ ਜਿਨ੍ਹਾਂ ਨੇ ਪਾਏ ਹੁੰਦੇ ਸੀ ਭਗਵੇਂ ਕੱਪੜੇ, ਸਿੰਘ ਫਸਾਉਂਦੇ ਹੀ ਰਹਿੰਦੇ ਸੀ ਇਹ, ਉਸੇ ਤਰ੍ਹਾਂ ਇਹਨਾਂ ਨੇ ਗੁਰੂ ਬਾਬਾ ਜੀ ਨੂੰ ਵੀ ਮਨ ਦੇ ਵਿੱਚ ਸਮਝਿਆ ਹੋਇਆ ਸੀ ਕਿ ਸਾਸਤਰ ਅਧੀਤੰ, ਪੁੱਛਿਆ ਵੀ ਤੁਸੀਂ ਕਿਹੜੇ ਸਾਸਤਰ ਦਾ, ਕਿਹੜੇ ਧਾਰਮਿਕ ਗ੍ਰੰਥ ਵੇਦਾਂ ਦਾ ਆਪਣਾ ਅਧਿਐਨ ਕੀਤਾ ਹੋਇਆ। ਦੋਹਰਾ ਵੇਦ ਸ਼ਾਸਤਰ ਨਿਤ ਪ੍ਰਤ ਪੜਤ ਸੁਨਤ ਸਦਾ ਵਿਵਹਾਰ। ਪਹਿਲਾਂ ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਰੋਜ਼ ਦੀ ਰੋਜ਼ ਵੇਦ ਵੀ ਸਿਮਰਤੀਆਂ ਵੀ ਉਪਨਿਸ਼ਦਾਂ ਵੀ ਅਸੀਂ ਤਾਂ ਬੜਾ ਲੰਮਾ ਸਮਾਂ ਪੜ੍ਹਦੇ ਰਹਿੰਦੇ ਹਾਂ। ਹਮ ਔਰ ਸ਼ਾਂਤ ਨਾ ਆਵਈ ਮਿਟਤ ਨਹੀਂ ਹੰਕਾਰ। ਨਾ ਤਾਂ ਸਾਡੇ ਹਿਰਦੇ ਦੇ ਵਿੱਚੋਂ ਆ ਜਿਹੜਾ ਮਾਨ ਹੰਕਾਰ ਨਾਸ ਨਹੀਂ ਹੋਇਆ, ਨਾ ਕਦੇ ਮਨ ਦੇ ਵਿੱਚ ਕੋਈ ਐਸੀ ਇਕਾਗਰਤਾ ਇਹੋ ਜਿਹਾ ਟਿਕਾ ਅਜੇ ਤੱਕ ਸਾਨੂੰ ਪ੍ਰਾਪਤ ਨਹੀਂ ਹੋਇਆ। ਚੌਪਈ ਸੁਨ ਕਰ ਬੋਲੇ ਸ਼੍ਰੀ ਗੁਣ ਖਾਨੀ। ਉਸ ਸਮੇਂ ਗੁਣਾ ਦੀ ਖਾਨ ਸਰਬੱਗ ਅੰਤਰਜਾਮੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਐਸੇ ਬੜੇ ਮਿੱਠੇ ਕੋਮਲ ਵਚਨ ਕੀਤੇ ਆਪਣੀ ਰਚਨਾ ਤੋਂ। ਪੰਡਿਤ ਗੁਣ ਹੋ ਹਮਾਰੀ ਬਾਨੀ। ਇਹ ਪੰਡਤ ਲੋਗੋ ਅਗਰ ਤੁਸੀਂ ਗੁਰਬਾਣੀ ਪੜ੍ਹੋਗੇ
ਫਿਰ ਤੁਹਾਡੇ ਮਨ ਦੇ ਵਿੱਚ ਚੈਨ ਸ਼ਾਂਤੀ ਪ੍ਰਾਪਤ ਹੋਏਗੀ। ਉਸ ਟਾਈਮ ਤੇ ਮਹਾਰਾਜ ਨੇ ਇਹ ਸ਼ਬਦ ਵੀ ਉਚਾਰਨ ਕੀਤੇ ਸੀ, ਪੜ ਪੁਸਤਕ ਸੰਧਿਆ ਵਾਦੰ ਸਲ ਪੂਜ ਸਵਗਲ ਸਮਾਦੰ ਮੁਖ ਝੂਠ ਭੂਖਨ ਸਾਰੰ ਤ੍ਰੈਪਾਲ ਤਿਆਲ ਵਿਚਾਰੰ ਜੋ ਜਾਣਸ ਬ੍ਰਹਮੰ ਕਰਮੰ ਸਫੋਕਟ ਨੇਚੋ ਕਰਮੰ ਕਉ ਨਾਨਕ ਨੀਚੋ ਧਿਆਵੈ ਬਿਨ ਸਤਿਗੁਰ ਬਾਟ ਨ ਪਾਵੈ। ਹੁਣ ਜਿਸ ਪ੍ਰਕਾਰ ਗੁਰੂ ਬਾਬਾ ਜੀ ਨੇ ਇਹਨਾਂ ਨੂੰ ਵੀ ਬਚਨ ਸੁਣਾ ਕੇ ਸੰਤੁਸ਼ਟ ਕਰਨਾ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡ ਭਾਗੇ ਗੁਰ ਸਿੱਖ ਤਾਈ ਨਿਹਾਲ ਕਰ ਰਹੇ ਨੇ। ਸੁਨ ਕਰ ਬੋਲੇ ਸ਼੍ਰੀ ਗੁਣ ਖਾਨੀ, ਪੰਡਿਤ ਗੁਣ ਹੋ ਹਮਾਰੀ ਬਾਨੀ। ਸੁਨ ਕਰ ਬੋਲੇ ਸ਼੍ਰੀ ਗੁਣ ਖਾਨੀ, ਪੰਡਿਤ ਗੁਣ ਹੋ ਹਮਾਰੀ ਬਾਨੀ। ਹੈ ਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ।